ਸਿਫਤ ਖਸਮਦੇ ਨੂਰ ਅਰਸ਼ੋਂ ਕੁਰਸਹਾਂ ਝਟਿਆ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਆ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਚੌਥਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ। ਤੈਨ ਪਵਿੱਤ ਪਰਮ ਪਦ ਪਾਏ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ। ਤੈਨ ਪਵਿੱਤ ਪਰਮ ਪਦ ਪਾਏ। ਮੇਰੇ RAM ਹਰ ਜਨ ਆਰੋਗ ਭਏ। ਗੁਰ ਬਚਨੇ ਜਿਨਾ ਜਪਿਆ ਮੇਰਾ ਹਰ ਹਰ ਤਿਨ ਕੇ ਹਉ ਮੈਂ ਰੋਗ ਗਏ। ਰਹਾਉ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੇ ਵਿੱਚ ਹਉ ਮੈਂ ਕਾਰ ਕਮਾਏ। ਜਿਨ ਕੀਏ ਤਿਸ ਹੈ ਨ ਚੇਤ ਹੈ ਬਪੁੜੇ। ਹਰ ਗੁਰਮੁਖ ਸੋਝੇ ਪਾਏ। ਹਉ ਮੈਂ ਰੋਗ ਸਭ ਜਗਤ ਵਿਆਪਿਆ। ਤਿਨ ਕਉ ਜਨਮ ਮਰਨ ਦੁਖ ਭਾਰੇ। ਗੁਰ ਪ੍ਰਸਾਦੇ ਕੋ ਵਿਰਲਾ ਛੋਟਾ। ਤਿਸ ਜਨ ਕਉ ਹਉ ਬਲਿਹਾਰੇ। ਜਿਨ ਸਿਸ਼ਟ ਸਾਜੇ ਸੋਈ ਹਰ ਜਾਣੈ। ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ। ਗੁਰਮੁਖ ਬ੍ਰਹਮ ਵਿਚਾਰੋ। ਜੈਨ ਸਿਸ਼ਟ ਸਾਜੇ ਸੋਈ ਹਰ ਜਾਣੈ। ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ। ਗੁਰਮੁਖ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ।
ਐਸੇ ਦੀਨ ਦਇਆਲ ਪਾਤਸ਼ਾਹ ਪਰਉਪਕਾਰੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ दस पातशाहियों के आत्मिक स्वरूप हाजरा हजूर गुरता गद्दी ते विराजमान हलत पलट दे रखियक धन धन साहिब श्री गुरु ग्रंथ साहिब पातशाह जी दी पावन पवित्र हजूरी अंदर ਮਹੀਨਾਵਾਰੀ ਪੰਚਮੀ ਦੇ ਜੋੜ ਮੇਲ ਤੇ ਦੀਵਾਨ ਹਾਲ ਦੇ ਵਿੱਚ ਸਜੇ ਹੋਏ ਅੱਜ ਦੇ ਇਹਨਾਂ ਵਿਸ਼ੇਸ਼ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ, ਵਡਭਾਗੇ ਹੋ आप नेता प्रद गुरचरणा में जुड़ करके सतगुरु पातशाह जी की पावन बाणी का जिथे आनंद माणते हो, पावन बाणी दे रब्बी बाणी दे कीर्तन सरवण करते हो, उथे गुर शब्द की विचार नूं सरवण करके अपना मनुखा जन्म सफल बनाने का यतन करते हो। अज पंचमी के दिहाड़े ते जो इस पावन अस्थान का महीनावारी ये जोड़ मेल है, जो हर महीने आप समुचिया संगतां दे सहयोग नाल वड्डी पद्धर ते जोड़ मेल मनाया जाता है। इस पंचमी दे दिहाड़े ते दीवान हाल दे विच विशेष दीवान सजदे हन। इन्हां दीवानां विच रागी सिंह ढाडी जथे अपनी हाज़री लवाउंदे ने, हरजा साहब संगतां नूं सरवण करवाउंदे हन और दूर दराज के इलाकों तो संगतां भावना लैके प्रेम दे नाल अपनियां कामनावां दी पूर्ति लई सतगुरां जी दे पावन अस्थानां दे दर्शन दीदारियां दे लई इस पावन अस्थान विखे पहुंचदियां हन। क्योंकि धन गुरु तेग बहादुर साहब पातशाह जी का पावन बचन भी आप संगतां हुक्मनामा जो गुरु साहब दा उहदे विच दर्शन करते हो, पढ़ते हो कि जिहड़ा भी शरधा सहित इस अस्थान ते आके पावन सरोवर विच इशनान करेगा उन्होंने तन दी पवित्रता प्राप्त होवेगी। ਉਹਦੇ ਤਨ ਦੇ ਰੋਗ ਦੂਰ ਹੋਣਗੇ ਤੇ ਜਿਹੜਾ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਸ਼ਬਦ ਨਾਲ ਜੁੜੇਗਾ, ਗੁਰੂ ਚ ਹਜ਼ੂਰੀ ਵਿੱਚ ਬੈਠ ਕਰਕੇ ਸੁਰਤ ਨੂੰ ਸ਼ਬਦ ਨਾਲ ਜੋੜੇਗਾ, ਉਹਨੂੰ ਮਨ ਦੀ ਪਵਿੱਤਰਤਾ ਪ੍ਰਾਪਤ ਹੋਵੇਗੀ, ਉਹਦੇ ਮਨ ਦੇ ਰੋਗ ਦੂਰ ਹੋਣਗੇ। ਮਨ ਦੇ रोग ने विकार इनू चिंबड़े हुए ने, काम क्रोध लोभ मोह आदि हौमै हंकार ये रोग जिहड़े चिंबड़े हुए ने,
ਮਨ ਨੂੰ ਵਿਕਾਰਾਂ ਦੀ ਮੈਲ ਲੱਗੀ ਹੈ, ਮਨ ਰੋਗੀ ਹੈ। ਤੇ ਮਨ ਦਾ ਰੋਗ ਕਿਵੇਂ ਦੂਰ ਜਾਣਾ ਹੈ? ਸਰੀਰ ਸਥੂਲ ਹੈ ਤੇ ਸਰੀਰ ਨੂੰ ਸਥੂਲ ਜਲ ਦੇ ਨਾਲ ਆਪਾਂ ਸਰੋਵਰ ਵਿੱਚ ਇਸ਼ਨਾਨ ਕੀਤਾ, ਨਿਰਮਲ ਕਰ ਲਿਆ, ਤਨ ਦੀ ਪਵਿੱਤਰਤਾ ਪ੍ਰਾਪਤ ਕਰ ਲਈ। ਮਨ ਸੂਖਸ਼ਮ ਹੈ ਤੇ ਸੂਖਸ਼ਮ ਮਨ ਨੂੰ ਧੋਣ ਦੇ ਲਈ, ਇਹਦੀ ਪਵਿੱਤਰਤਾ ਦੇ ਲਈ, ਇਹਨੂੰ ਆਰੋਗ ਕਰਨ ਦੇ ਲਈ, ਰੋਗਾਂ ਤੋਂ ਨਿਵਰਤੀ ਲਈ ਸੂਖਸ਼ਮ ਜਲ ਚਾਹੀਦਾ। ਉਹ ਕਿਹੜਾ ਹੈ? ਉਹ ਹੈ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ, ਜਿਹੜਾ ਸਤ ਸੰਗਤ ਵਿੱਚ ਬੈਠ ਕੇ ਅਸੀਂ ਸੁਣਦੇ ਹਾਂ, ਜਪਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਆਗਾਧ ਬੋਧ ਬਾਣੀ, ਜਿਹੜੀ ਬਾਣੀ, ਜਿਹੜਾ ਗੁਰੂ ਕਾ ਸ਼ਬਦ ਸਾਡੇ ਮਨ ਨੂੰ ਨਿਰਮਲ ਕਰਦਾ ਹੈ, ਮਨ ਨੂੰ ਪਵਿੱਤਰ ਕਰਦਾ ਹੈ, ਮਨ ਨੂੰ ਆਰੋਗ ਕਰਦਾ ਹੈ, ਮਨ ਦੇ ਰੋਗਾਂ ਨੂੰ ਦੂਰ ਭਜਾਉਂਦਾ ਹੈ, ਉਹ ਹੈ ਗੁਰੂ ਕਾ ਸ਼ਬਦ। ਸੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜਾ ਸ਼ਰਧਾ ਭਾਵਨਾ ਦੇ ਸਹਿਤ ਮਨ ਅੰਦਰ ਸ਼ਰਧਾ ਹੋਵੇ, ਭਾਵਨਾ ਹੋਵੇ, ਪ੍ਰੇਮ ਹੋਵੇ, ਪ੍ਰੇਮ ਤੋਂ ਸਖਣਾ ਜਿਹੜਾ ਹਿਰਦਾ ਹੈ, ਉਹ ਗੁਰੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਦਾ। ਜਿਹਦੇ ਹਿਰਦੇ ਅੰਦਰ ਪ੍ਰੇਮ ਹੈ, ਭਾਵਨਾ ਹੈ, ਭਾਵਨਾ ਲੈ ਕੇ ਗੁਰੂ ਚਰਨਾਂ ਵਿੱਚ ਪਹੁੰਚਦਾ। ਕਿਉਂਕਿ ਸਾਹਿਬ ਜੀ ਕਹਿੰਦੇ, ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਜਿਹੜੇ ਪ੍ਰੇਮ ਭਾਵਨਾ ਨਾਲ ਆਉਂਦੇ ਨੇ, ਫਿਰ ਜਿੱਥੇ ਉਹ ਮਨ ਦੇ ਅੰਦਰ ਭਾਵਨਾਵਾਂ ਲੈ ਕੇ ਆਉਂਦੇ ਨੇ, ਕੋਈ ਧੀਆਂ ਪੁੱਤਰਾਂ ਦੀ ਭਾਵਨਾ ਲੈ ਕੇ ਆਉਂਦਾ ਕਿ ਗੁਰੂ ਪਾਤਸ਼ਾਹ ਕਿਰਪਾ ਕਰੋ, ਇਸ ਸਥਾਨ ਤੋਂ ਮੇਰੀ ਝੋਲੀ ਭਰੋ, ਸਤਿਗੁਰ ਪੂਰੀ ਕਰਦੇ ਨੇ। ਕੋਈ ਰੋਗ ਲੈ ਕੇ ਆਉਂਦਾ ਕਿ ਪਾਤਸ਼ਾਹ ਮੇਰਾ ਰੋਗ ਦੂਰ ਕਰ ਦਿਓ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਜਿਹੜਾ ਸਥਾਨ ਹੈ, ਇਹਦਾ ਨਾਮ ਹੀ ਦੁੱਖ ਨਿਵਾਰਨ ਸਾਹਿਬ ਹੈ, ਦੁੱਖਾਂ ਦੀ ਨਿਵਰਤੀ ਕਰਨ ਵਾਲਾ ਸਥਾਨ। ਕਿਉਂਕਿ ਸਰੀਰ ਦੇ ਅੰਦਰ ਕੋਈ ਦੁੱਖ ਹੋਵੇ, ਉਹ ਦੁੱਖ ਦੀ ਪੀੜਾ ਫਿਰ ਅਸੀਂ ਮਹਿਸੂਸ ਕਰਦੇ ਹਾਂ। ਤੇ ਪਾਤਸ਼ਾਹ ਕਹਿੰਦੇ, ਇੱਥੇ ਆਉਣ ਨਾਲ ਮੈਂ ਤੇਰੀ ਇਕੱਲੀ ਪੀੜਾ ਹੀ ਦੂਰ ਨਹੀਂ ਕਰਨੀ, ਮੈਂ ਤੇਰਾ ਦੁੱਖ ਹੀ ਦੂਰ ਕਰ ਦੇਣਾ ਹੈ। ਉਹ ਦੁੱਖ ਦੀ ਜੜ ਹੀ ਅੰਦਰੋਂ ਖਤਮ ਕਰ ਦੇਣੀ ਹੈ, ਜਿਹਦੇ ਕਾਰਨ ਤੈਨੂੰ ਪੀੜਾ ਹੈ, ਜਿਹਦੇ ਕਾਰਨ ਤੂੰ ਦਰਦ ਮਹਿਸੂਸ ਕਰਦਾ, ਉਹ ਤੇਰਾ ਦੁੱਖ ਰਹਿਣ ਹੀ ਨਹੀਂ ਦੇਣਾ। ਪਰ ਹਿਰਦਾ ਸ਼ਰਧਾ ਵਾਲਾ ਹੋਵੇ, ਹਿਰਦਾ ਭਾਵਨਾ ਵਾਲਾ ਹੋਵੇ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਸਥਾਨ ਤੇ ਸੰਗਤਾਂ ਇਸ਼ਨਾਨ ਕਰਦੀਆਂ, ਗੁਰ ਸ਼ਬਦ ਨਾਲ ਜੁੜਦੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਜਿੱਥੇ ਮਨ ਇੱਛਤ ਫਲ ਬਖਸ਼ਦੇ ਨੇ, ਭਾਵਨਾਵਾਂ ਪੂਰੀਆਂ ਕਰਦੇ ਨੇ, ਉੱਥੇ ਸਤਿਗੁਰੂ ਪਾਤਸ਼ਾਹ ਜੀ ਸਾਡਾ ਜੀਵਨ ਵੀ ਸਵਾਰਦੇ ਨੇ, ਜੀਵਨ ਵੀ ਸਫਲ ਕਰਦੇ ਨੇ। ਸੰਗਤਾਂ ਅੰਦਰ ਭਾਵਨਾ ਬਣੀ ਹੁੰਦੀ ਹੈ, ਉਡੀਕ ਕਰਦੀਆਂ ਸੰਗਤਾਂ ਕਿ ਕਦੋਂ ਪੰਚਮੀ ਦਾ ਦਿਹਾੜਾ ਆਵੇ, ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਤੇ ਪਹੁੰਚ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਸਿਮਰਨਾ ਕਰੀਏ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨਾਉ ਨਿਧ ਆਵੈ ਧਾਏ, ਕਰ ਨਾਉ ਨਿਧ ਆਵੈ ਧਾਏ, ਕਰ ਨਾਉ ਨਿਧ ਆਵੈ ਧਾਏ, ਕਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਧੰਨ ਹੈ ਉਹ ਭਾਈ ਭਾਗ ਰਾਮ, ਜਿਹੜਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚੱਲ ਕੇ ਆਇਆ।
ਜਿਨੇ ਕੇਵਲ ਆਪਣੇ ਲਈ ਬੇਨਤੀ ਨਹੀਂ ਕੀਤੀ, ਸਾਡੇ ਸਾਰਿਆਂ ਲਈ ਬੇਨਤੀ ਕੀਤੀ। ਪਾਤਸ਼ਾਹ ਜੇ ਤਰੁੱਠੇ ਹੋ, ਜੇ ਤਰਸ ਦੇ ਘਰ ਵਿੱਚ ਆਏ ਹੋ, ਪਾਤਸ਼ਾਹ ਜੀ ਆਪਣੇ ਮੁਬਾਰਕ ਚਰਨ ਇਸ ਧਰਤੀ ਤੇ ਪਾਏ ਨੇ, ਕਿਰਪਾ ਕਰੋ। ਇੱਥੇ ਆਬਾਦੀ ਨਹੀਂ ਹੁੰਦੀ, ਰਹਿਮਤ ਵਰਤਾਓ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ, ਭਾਗ ਰਾਮ, ਇੱਥੇ ਬਹੁਤ ਸੰਘਣੀ ਆਬਾਦੀ ਹੋਵੇਗੀ, ਉੱਘਾ ਸਥਾਨ ਹੋਵੇਗਾ। ਮੰਗ ਮੰਗੀ ਨਾ ਅੱਜ ਸਥਾਨ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਜਿੱਥਾ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸਾ ਧਰਤੀ ਭਾਈ ਹਰਿਆਵਲੀ, ਜਿੱਥਾ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਇਹ ਧਰਤੀ ਨੂੰ ਭਾਗ ਲੱਗ ਗਏ, ਇਹ ਧਰਤੀ ਪੂਜਣ ਦੇ ਯੋਗ ਹੋ ਗਈ। ਇਹ ਧਰਤੀ ਤੇ ਨਤਮਸਤਕ ਹੁੰਦੀਆਂ ਅੱਜ ਸੰਗਤਾਂ। ਗੁਰੂ ਸਾਹਿਬ ਦਾ ਸੋਹਣਾ ਸੁੰਦਰ ਦਰਬਾਰ ਸਜਿਆ ਹੋਇਆ ਹੈ, ਜਿੱਥੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਉੱਥੇ ਬੀਬੀ ਕਰਮੂ ਰਾਣੀ ਵੀ ਚੱਲ ਕੇ ਆਈ। ਉਹਨੇ ਵੀ ਬੇਨਤੀ ਕੀਤੀ, ਉਹਨੇ ਵੀ ਆਪਣੇ ਲਈ ਨਹੀਂ ਕੀਤੀ, ਉਹਨੇ ਸਾਰਿਆਂ ਲਈ ਬੇਨਤੀ ਕੀਤੀ। ਪਾਤਸ਼ਾਹ, ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ, ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ। ਪਾਤਸ਼ਾਹ, ਜਨਮ ਲੈਣ ਤੋਂ ਪਹਿਲਾਂ ਹੀ ਔਲਾਦ ਜਿਹੜੀ ਹੈ ਉਹਦੀ ਮੌਤ ਹੋ ਜਾਂਦੀ ਹੈ। ਅਠਾਏ ਦੇ ਰੋਗ ਕਾਰਨ ਪਾਤਸ਼ਾਹ ਜੀ ਨੇ ਕਿਹਾ, ਜਿਹੜਾ ਸ਼ਰਧਾ ਸਹਿਤ ਇਸ਼ਨਾਨ ਕਰੇਗਾ, ਗੁਰੂ ਕੀ ਸੰਗਤ ਕਰੇਗਾ, ਗੁਰੂ ਸ਼ਬਦ ਨਾਲ ਜੁੜੇਗਾ, ਉਹਦੇ ਸਾਰੇ ਰੋਗ ਦੂਰ ਹੋਣਗੇ। ਇੱਕ ਰੋਗ ਨਹੀਂ, ਪਾਤਸ਼ਾਹ ਕਹਿੰਦੇ ਸਾਰੇ ਰੋਗ ਉਹਦੇ ਦੂਰ ਹੋਣਗੇ। ਇੱਥੇ ਬਸ ਨਹੀਂ, ਪਾਤਸ਼ਾਹ ਕਹਿਣ ਲੱਗੇ, ਜਿਹੜਾ ਸ਼ਰਧਾ ਨਾਲ ਆਏਗਾ ਉਹਨੂੰ ਮਨ ਇੱਛਤ ਫਲ ਪ੍ਰਾਪਤ ਹੋਣਗੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜੋ ਗੁਰੂ ਕੀ ਸੰਗਤ ਵਿੱਚ ਜੁੜ ਕੇ ਹਰੀ ਪਰਮੇਸ਼ਰ ਨੂੰ ਧਿਆਏਗਾ, ਸਾਰੇ ਸੁਖ ਮਿਲ ਜਾਣਗੇ। ਇੱਥੇ ਬਸ ਨਹੀਂ, ਪਾਤਸ਼ਾਹ ਕਹਿੰਦੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋਏਗਾ। ਜਿਹੜਾ ਸ਼ਰਧਾ ਸਹਿਤ ਇੱਥੇ ਆ ਕੇ ਇਸ਼ਨਾਨ ਕਰੇਗਾ, ਬਾਣੀ ਨਾਲ ਜੁੜੇਗਾ। ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਆਪਾਂ ਸਾਰੇ ਜੁੜ ਬੈਠੇ ਆ, ਜਿੱਥੇ ਸਾਨੂੰ ਸਤਿਗੁਰ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ, ਨਤਮਸਤਕ ਹੋਣ ਦਾ, ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਇਹ ਵੱਡੇ ਭਾਗ ਹਨ, ਇਹ ਸਤਿਗੁਰੂ ਜੀ ਦਾ ਤਰਸ ਹੈ। ਸੋ ਗੁਰੂ ਸਾਹਿਬ ਰਹਿਮਤ ਬਣਾਈ ਰੱਖਣ। ਅੰਮ੍ਰਿਤ ਵੇਲੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਪਾਵਨ ਤਖਤਾਂ ਤੇ ਸੁਭਾਏ ਮਨ ਹੋ ਕਰਕੇ ਸਾਡੇ ਜੀਵਾਂ ਦੇ ਭਲੇ ਹਿਤ ਪਾਵਨ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ, ਜੋ ਹੁਣੇ ਆਪ ਜੀ ਨੇ ਸਰਵਨ ਕੀਤੇ ਹਨ। ਸੋ ਆਓ ਰਲ ਮਿਲ ਕੇ ਸ਼ਬਦ ਨੂੰ ਵਿਚਾਰਨ ਦਾ ਯਤਨ ਕਰੀਏ। ਸੁਰਤੀਆਂ ਨੂੰ ਗੁਰ ਸ਼ਬਦ ਦੇ ਨਾਲ ਜੋੜਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਚੌਥਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਸੋਹੀ ਰਾਗ ਦੇ ਅੰਦਰ ਸੋਢੀ ਸੁਲਤਾਨ ਪਿਤਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਐਸੇ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 735 ਅੰਗ ਤੋਂ 36 ਅੰਗ ਤੇ ਪਾਵਨ ਸ਼ਬਦ ਸੁਭਾਏ ਮਨ ਹੈ। ਸਤਿਗੁਰੂ ਪਾਤਸ਼ਾਹ ਜੀ ਪਾਵਨ ਸ਼ਬਦ ਦੇ ਅੰਦਰ ਉਪਦੇਸ਼ ਦੇ ਕਰਕੇ ਸਮਝਾ ਰਹੇ ਹਨ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਰਹਾਉ ਦੀਆਂ ਪੰਕਤੀਆਂ ਅੰਦਰ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ
ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋਗ ਗਏ। ਹਉਮੈ ਦਾ ਰੋਗ ਜਿਹੜਾ ਸੰਸਾਰ ਨੂੰ ਜਗਤ ਨੂੰ ਚੰਬੜਿਆ ਹੋਇਆ, ਹਉਮੈ ਦਾ ਰੋਗ ਲੱਗਿਆ ਹੋਇਆ, ਇਹਦੇ ਤੋਂ ਕੋਈ ਵਿਰਲਾ ਬਚਿਆ। ਤੇ ਜਿਹੜੇ ਉਸ ਹਰੇ ਵਾਹਿਗੁਰੂ ਪਰਮੇਸ਼ਰ ਨੂੰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ, ਜਿਨ ਕਾ ਅੰਤਰ ਵਸਿਆ ਮੇਰਾ ਹਰ ਹਰ, ਉਹ ਹਰੀ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸ ਗਿਆ, ਪਾਤਸ਼ਾਹ ਕਹਿੰਦੇ ਤਿਨ ਕੇ ਸਭ ਰੋਗ ਗਵਾਏ। ਕੇਵਲ ਇੱਕ ਰੋਗ ਨਹੀਂ, ਪਾਤਸ਼ਾਹ ਜੀ ਨੇ ਕਿਹਾ ਸਭ ਰੋਗ, ਸਾਰੇ ਰੋਗ। ਜਿਵੇਂ ਲੱਖਾਂ ਮਣ ਲੱਕੜਾਂ ਹੋਣ ਤੇ ਇੱਕ ਤੀਲੀ ਜਿਹੜੀ ਹੈ, ਇੱਕ ਚਿੰਗਾਰੀ ਅੱਗ ਦੀ, ਉਹ ਲੱਖਾਂ ਮਣ ਲੱਕੜਾਂ ਦੇ ਵਿੱਚ ਸੁੱਟ ਦਈਏ ਤੇ ਓਨੀ ਕਾਫੀ ਹੈ, ਉਹ ਸਾੜ ਕੇ ਰਾਖ ਕਰ ਦਿੰਦੀ ਹੈ। ਹੁਣ ਲੱਖਾਂ ਮਣ ਲੱਕੜਾਂ ਨੂੰ ਜਲਾਉਣ ਲਈ ਲੱਖਾਂ ਮਣ ਅੱਗ ਦੀ ਲੋੜ ਨਹੀਂ, ਇੱਕ ਚਿੰਗਾਰੀ ਦੀ ਲੋੜ ਹੈ। ਹਰੀ ਵਾਹਿਗੁਰੂ ਪਰਮੇਸ਼ਰ ਦਾ ਐਸਾ ਨਾਮ ਹੈ ਜਿਸ ਨਾਮ ਨੂੰ ਜਪਣ ਦੇ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਨੇ। ਸਾਰੇ ਰੋਗ, ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਰੋਗਾਂ ਦੀ ਦਵਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਪਾਤਸ਼ਾਹ ਜੀ ਕਹਿੰਦੇ ਇਹ ਨਾਮ ਐਸਾ ਹੈ ਜਿਹੜਾ ਸਾਰੇ ਰੋਗਾਂ ਨੂੰ ਖਤਮ ਕਰਨ ਵਾਲਾ ਹੈ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਜਿਹੜੇ ਹਿਰਦੇ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਨੇ, ਉਹਨਾਂ ਦੇ ਸਾਰੇ ਰੋਗ ਹਰੀ ਵਾਹਿਗੁਰੂ ਪਰਮੇਸ਼ਰ ਖਤਮ ਕਰ ਦਿੰਦਾ ਹੈ। ਰੋਗ ਜਿਹੜੇ ਚਲੇ ਜਾਂਦੇ ਹਨ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਤੇ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ, ਧਿਆਇਆ, ਫਿਰ ਉਹਨਾਂ ਨੂੰ ਕੀ ਲਾਭ ਪ੍ਰਾਪਤ ਹੋਇਆ ਨਾਮ ਧਿਆਉਣ ਦਾ? ਉਹਨਾਂ ਨੂੰ ਲਾਭ ਪ੍ਰਾਪਤ ਹੋਇਆ ਤੇ ਮੁਕਤ ਭਏ। ਇਹ ਜਿਹੜਾ ਹਉਮੈ ਦਾ ਰੋਗ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਜਿਹੜੇ ਵਿਕਾਰ ਸਨ, ਉਹਨਾਂ ਤੋਂ ਉਹ ਮੁਕਤ ਹੋ ਜਾਂਦੇ ਨੇ। ਕਿਹੜੇ? ਜਿਹੜੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ, ਉਹ ਇਹਨਾਂ ਤੋਂ ਮੁਕਤ ਹੋ ਗਏ, ਅਰੋਗ ਹੋ ਗਏ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਿੰਨ ਪਵਿੱਤ ਪਰਮ ਪਦ ਪਾਏ। ਕੱਲੇ ਰੋਗਾਂ ਤੋਂ ਮੁਕਤ ਨਹੀਂ ਹੋਏ, ਕਹਿੰਦੇ ਜਿਹੜੇ ਉਹਨਾਂ ਨੂੰ ਆਤਮਿਕ ਜੀਵਨ ਸੀ ਨਾ, ਉਹ ਆਤਮਿਕ ਜੀਵਨ ਦੇ ਪਰਮ ਪਦਵੀ, ਉਹ ਜਿਹੜਾ ਉੱਚਾ ਦਰਜਾ ਸੀ, ਉਹ ਉਹਨਾਂ ਨੇ ਪ੍ਰਾਪਤ ਕਰ ਲਿਆ। ਮੇਰੇ RAM ਹਰ ਜਨ ਆਰੋਗ ਭਏ। ਇਹ ਮੇਰੇ RAM, ਉਹ ਜਿਹੜਾ ਰਮਿਆ ਹੋਇਆ RAM ਹੈ, ਜਰੇ ਜਰੇ ਵਿੱਚ ਸਮਾਇਆ ਹੋਇਆ ਹੈ। ਇਹ ਮੇਰੇ RAM ਹਰ ਜਨ ਅਰੋਗ ਭਏ। ਮੇਰੇ ਉਸ RAM ਦੇ, ਮੇਰੇ ਹਰੀ ਦੇ ਜਿਹੜੇ ਦਾਸ ਹਨ, ਉਹ ਉਹਨੂੰ ਜਪ ਕੇ ਅਰੋਗ ਹੋ ਗਏ ਨੇ। ਉਹਨਾਂ ਦੇ ਸਾਰੇ ਰੋਗ ਚਲੇ ਗਏ, ਕੋਈ ਰੋਗ ਰਿਹਾ ਹੀ ਨਹੀਂ। ਸਾਰੇ ਰੋਗ ਉਹਨਾਂ ਦੇ ਖਤਮ ਹੋ ਗਏ, ਵਿਕਾਰ ਜਿਹੜੇ ਸਾਰੇ ਚਲੇ ਗਏ। ਹਉਮੈ ਦਾ ਵੱਡਾ ਰੋਗ ਜਿਹੜਾ ਚੰਬੜਿਆ ਹੋਇਆ ਸੀ, ਜਿਹਦੇ ਤੋਂ ਬਚਣਾ ਬਹੁਤ ਔਖਾ ਹੈ, ਕਹਿੰਦੇ ਉਹ ਰੋਗ ਜਿਹੜਾ ਸੀ ਉਹ ਵੀ ਚਲਾ ਗਿਆ। ਹਰੀ ਦੇ ਮੇਰੇ RAM ਦੇ ਜਿਹੜੇ ਦਾਸ ਨੇ, ਉਹ ਅਰੋਗ ਹੋ ਗਏ, ਮੁਕਤ ਹੋ ਗਏ ਹਨ। ਗੁਰ ਬਚਨੇ ਜਿਨਾ ਜਪਿਆ ਮੇਰਾ ਹਰ ਹਰ, ਤਿਨ ਕੇ ਹਉਮੈ ਰੋਗ ਗਏ। ਤੇ ਬਚਦੇ ਕਿਹੜੇ ਨੇ? ਹਉਮੈ ਜਿਹੜੀ ਹੈ, ਇਹਦੇ ਤੋਂ ਕੋਈ ਵੀ ਅੱਜ ਤੱਕ ਬਚ ਨਹੀਂ ਸਕਿਆ। ਵਿਰਲੇ ਨੇ ਜਿਹੜੇ ਬਚਦੇ ਨੇ। ਇਹ ਦੋ ਸ਼ਬਦਾਂ ਤੋਂ ਬਣਿਆ ਹੈ, ਹਉ ਪਲੱਸ ਮੈਂ। ਮੈਂ, ਬਸ ਮੈਂ ਹੀ ਹਾਂ, ਮੇਰੇ ਵਰਗਾ ਕੋਈ ਹੋਰ ਨਹੀਂ। ਮੈਂ ਜੋ ਕਰਦਾ
ਉਹੀ ਠੀਕ ਹੈ। ਮੈਂ ਹਉਮੈ ਤੇ ਜਦੋਂ ਮਨੁੱਖ ਇਹ ਮੋਹ ਮਾਇਆ ਦੇ ਵਿੱਚ ਫਸਿਆ, ਇਹ ਵਿਚਾਰ ਅੰਦਰ ਪੱਕੀ ਕਰ ਲੈਂਦਾ ਨਾ ਕਿ ਜੋ ਮੈਂ ਆ ਬਸ ਮੈਂ ਆ, ਮੈਂ ਜੋ ਕਹਿ ਦਿੱਤਾ ਉਹ ਕਹਿ ਦਿੱਤਾ, ਮੈਂ ਜੋ ਕਰ ਰਿਹਾ ਉਹ ਕਰ ਰਿਹਾ। ਜਿਹਦੇ ਅੰਦਰ ਇਹ ਵਿਚਾਰ ਪੱਕਾ ਹੋ ਗਿਆ ਤੇ ਉਹ ਫਿਰ ਪਰਮੇਸ਼ਰ ਨਾਲੋਂ ਟੁੱਟ ਜਾਂਦਾ ਹੈ ਤੇ ਆਪਣੀ ਵੱਖਰੀ ਹਸਤੀ ਬਣਾ ਲੈਂਦਾ ਤੇ ਵੱਖਰੀ ਹਸਤੀ ਬਣਾ ਕੇ ਫਿਰ ਸਦਾ ਦੁੱਖ ਪਾਉਂਦਾ ਹੈ। ਹਉਮੈ ਦੀ ਪੀੜਾ ਜਿਹੜੀ ਸਦਾ ਸਹਿੰਦਾ ਹੈ, ਫਿਰ ਆਪਣੀ ਵੱਖਰੀ ਹੋਂਦ ਬਣਾ ਲੈਂਦਾ ਹੈ। ਕਿਉਂਕਿ ਅਸੀਂ ਵੱਖਰੇ ਤੇ ਨੇ ਨਾ ਪ੍ਰਮਾਤਮਾ ਤੋਂ, ਪ੍ਰਮਾਤਮਾ ਦੀ ਅੰਸ਼ ਸਾਨੂੰ ਉਹਨੇ ਪੈਦਾ ਕੀਤਾ ਹੈ। ਪਰ ਹਉਮੈ ਦੇ ਵਿੱਚ ਪਿਆ ਮਨੁੱਖ ਪ੍ਰਮਾਤਮਾ ਨਾਲੋਂ ਆਪਣੇ ਆਪ ਨੂੰ ਵੱਖਰਾ ਕਰਕੇ ਜਾਣਦਾ ਹੈ। ਕਹਿੰਦਾ ਮੈਂ ਜੋ ਆ, ਮੈਂ ਜੋ ਕਰ ਦਿੱਤਾ ਬਸ ਮੈਂ ਹੀ ਮਾਇਆ, ਮੇਰਾ ਹੁਕਮ ਚੱਲਦਾ ਹੈ। ਉਹ ਇਹ ਵੱਖਰੀ ਜਿਹੜੀ ਹੈ ਆਪਣੀ ਹਸਤੀ ਬਣਾ ਕੇ ਉਹ ਪਰਮੇਸ਼ਰ ਦੇ ਨਾਲੋਂ ਟੁੱਟ ਜਾਂਦਾ ਹੈ ਤੇ ਪਰਮੇਸ਼ਰ ਨਾਲੋਂ ਟੁੱਟਿਆ ਮਨੁੱਖ ਜਿਹੜਾ ਹੈ ਉਹ ਫਿਰ ਸਦਾ ਦੁਖੀ ਹੁੰਦਾ ਹੈ, ਸਦਾ ਦੁੱਖ ਪਾਉਂਦਾ ਹੈ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ। ਸਾਰਾ ਜਗਤ ਜਿਹੜਾ ਉਹ ਵਿਆਪਿਆ, ਉਹਨੂੰ ਜਨਮ ਮਰਨ ਦਾ ਵੱਡਾ ਦੁੱਖ ਚੰਬੜਿਆ ਹੋਇਆ ਹੈ। ਕੋਈ ਵਿਰਲੇ ਨੇ ਜਿਹੜੇ ਤੋਂ ਬਚਦੇ ਨੇ, ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ, ਜਿਨ੍ਹਾਂ ਤੇ ਗੁਰੂ ਕਿਰਪਾ ਕਰ ਦੇਵੇ, ਨਦਰ ਕਰ ਦੇਵੇ। ਉਹ ਪਾਤਸ਼ਾਹ ਦੱਸ ਰਹੇ ਨੇ, ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ। ਗੁਰੂ ਦਾ ਬਚਨ ਸੁਣ ਤਾਂ ਆਪਾਂ ਸਾਰੇ ਹੀ ਲੈਨੇ ਆ, ਸੁਣਦੇ ਆਪਾਂ ਸਾਰੇ ਹੀ ਆ, ਪਰ ਕਮਾਉਂਦੇ ਕੋਈ ਵਿਰਲੇ ਨੇ। ਜਗ ਮੈਂ ਉਤਮ ਕਾਢੀਏ ਵਿਰਲੇ ਕਈ ਕੇ, ਹੈਨ ਵਿਰਲੇ ਨਹੀਂ ਘਨੇ ਫੈਲ ਪਕੜ ਸੰਸਾਰ। ਉਹ ਵਿਰਲੇ ਨੇ ਜਿਹੜੇ ਗੁਰੂ ਦੇ ਬਚਨ ਨੂੰ ਸੁਣ ਕੇ ਫਿਰ ਉਹਦੀ ਕਮਾਈ ਕਰਦੇ ਨੇ, ਕਮਾਉਂਦੇ ਨੇ ਉਹਨੂੰ। ਤੇ ਪਾਤਸ਼ਾਹ ਜੀ ਕਹਿੰਦੇ ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ। ਗੁਰੂ ਦੇ ਬਚਨ ਕਮਾ ਕੇ ਗੁਰੂ ਦੇ ਬਚਨ ਤੇ ਪਹਿਰਾ ਦਿੰਦੇ ਆ, ਜਿਹੜੇ ਉਸ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਪਦੇ ਨੇ, ਤਿਨ ਕੇ ਹਉਮੈ ਰੋਗ ਗਏ। ਉਹਨਾਂ ਦਾ ਹਉਮੈ ਦਾ ਜਿਹੜਾ ਵੱਡਾ ਰੋਗ ਹੈ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਜਿੱਥੇ ਹਉਮੈ ਹੈ ਉੱਥੇ ਪਰਮਾਤਮਾ ਦਾ ਨਾਮ ਨਹੀਂ ਆ ਸਕਦਾ। ਹਉਮੈ ਦੀਰਘ ਰੋਗ ਹੈ। ਇਹ ਦੀਰਘ ਰੋਗ ਕਿਆ, ਬੜਾ ਵੱਡਾ ਰੋਗ। ਪਰ ਪਾਤਸ਼ਾਹ ਕਹਿੰਦੇ ਡਰਨ ਦੀ ਘਬਰਾਉਣ ਦੀ ਲੋੜ ਨਹੀਂ। ਦਾਰੂ ਪੀਸ, ਮੈਂ ਤਾਂ ਦਾਰੂ ਵੀ ਹੈਗਾ। ਦਾਰੂ ਕਿਹੜਾ, ਪਰਮੇਸ਼ਰ ਦਾ ਨਾਮ ਹੈ। ਉਹ ਨਾਮ ਨੂੰ ਜਪ ਕੇ ਹਉਮੈ ਮਰਦੀ ਹੈ, ਹਉਮੈ ਖਤਮ ਹੁੰਦੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਬੁਰਹਾਨਪੁਰ ਦੇ ਇਲਾਕੇ ਵਿੱਚ ਵਿਚਰ ਰਹੇ ਸਿੱਖ ਸੰਗਤਾਂ ਨੂੰ ਤਾਰ ਰਹੇ ਨੇ। ਬੁਰਹਾਨਪੁਰ ਦੇ ਇਲਾਕੇ ਵਿੱਚ ਵਿਚਰਦਿਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਹਉਮੈ ਤੋਂ ਬਚਣ ਦਾ ਉਪਦੇਸ਼ ਦਿੱਤਾ। ਸਿੱਖ ਨੇ ਹਰ ਰੋਜ਼ ਅੰਮ੍ਰਿਤ ਵੇਲਾ ਸੰਭਾਲਣਾ ਹੈ। ਅੰਮ੍ਰਿਤ ਵੇਲਾ ਸੰਭਾਲ ਕੇ ਪਾਤਸ਼ਾਹ ਕਹਿੰਦੇ ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਕੇ ਫਿਰ ਬਾਣੀ ਦਾ ਜਾਪ ਕਰਨਾ ਹੈ। ਬਾਣੀ ਪੜ੍ਹਨੀ ਹੈ ਪ੍ਰੇਮ ਨਾਲ, ਖਾਣਾ ਪੂਰਤੀ ਨਹੀਂ ਕਰਨੀ, ਫਾਰਮੈਲਿਟੀ ਨਹੀਂ ਕਰਨੀ, ਪ੍ਰੇਮ ਨਾਲ ਬਾਣੀ ਪੜ੍ਹਨੀ ਹੈ, ਰਸ ਲੈ ਕੇ। ਪਾਤਸ਼ਾਹ ਕਹਿੰਦੇ ਜਿਹੜੇ ਪ੍ਰੇਮ ਸਹਿਤ ਬਾਣੀ ਪੜ੍ਹਦੇ ਨੇ, ਫਿਰ ਉਹਨਾਂ ਨੇ ਦਾਨ ਪੁੰਨ ਵੀ ਕਰਨਾ, ਆਪਣੇ ਦਸਾਂ ਨੌਹਾਂ ਦੀ ਕਿਰਤ ਕਰਕੇ। ਕੋਈ ਲੋੜਵੰਦ ਤਨ ਤੋਂ ਨਗਨ ਹੈ, ਵਸਤਰ ਦੀ ਲੋੜ ਹੈ, ਉਹਨੂੰ ਵਸਤਰ ਦੇਣਾ ਹੈ। ਕੋਈ ਭੁੱਖਾ ਹੈ, ਉਹਨੂੰ ਭੋਜਨ ਛਕਾਉਣਾ ਹੈ। ਪਾਤਸ਼ਾਹ ਕਹਿਣ ਲੱਗੇ ਘਰ ਦੇ ਵਿੱਚ ਕੋਈ ਭੁੱਖਾ ਚੱਲ ਕੇ ਆ ਜਾਏ ਤੇ ਉਹਨੂੰ ਭੁੱਖਾ ਨਹੀਂ ਮੁੜਨ ਦੇਣਾ, ਉਹਨੂੰ ਭੋਜਨ ਛਕਾ ਕੇ ਭੇਜਣਾ ਹੈ। ਇਹ ਸੇਵਾ ਕਰਨੀ ਹੈ, ਇਸ ਤਰ੍ਹਾਂ ਨਾਲ ਬਾਣੀ ਪੜ੍ਹਨੀ ਹੈ। ਤੇ ਪਾਤਸ਼ਾਹ ਕਹਿੰਦੇ ਇਹ ਕੁਝ ਕਰਦੇ ਆ, ਮਨ ਵਿੱਚ ਹਉਮੈ ਨਹੀਂ ਲਿਆਉਣੀ ਕਿ ਮੈਂ ਬੜਾ ਨਿਤਨੇਮੀ ਆ ਜੀ, ਮੈਂ ਤਾਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦਾ। ਇਹ ਨਹੀਂ ਕਹਿਣਾ ਮੈਂ ਉੱਠਦਾ, ਸ਼ੁਕਰਾਨਾ ਕਰਨਾ ਹੈ ਕਿ ਗੁਰੂ ਸਾਹਿਬ ਤਰਸ ਕਰਕੇ ਉਠਾ ਲੈਂਦੇ ਨੇ।
ਗੁਰੂ ਸਾਹਿਬ ਤਰਸ ਕਰਕੇ ਬਾਣੀ ਪੜਵਾ ਲੈਂਦੇ ਨੇ, ਜਾਪ ਕਰਵਾ ਲੈਂਦੇ ਨੇ, ਪੜਨ ਦਾ ਬਲ ਬਖਸ਼ਦੇ ਨੇ। ਸੇਵਾ ਗੁਰੂ ਸਾਹਿਬ ਤਰਸ ਕਰਕੇ ਮੇਰੇ ਕੋਲੋਂ ਕਰਵਾ ਲੈਂਦੇ ਨੇ। ਇਹ ਨਹੀਂ ਕਹਿਣਾ ਮੈਂ ਕਰਦਾ, ਫਿਰ ਹਉਮੈ ਆ ਗਈ। ਇਹਦੇ ਤੋਂ ਬਚਣਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਇਸ ਤੋਂ ਬਚ ਕੇ ਰਹਿਣਾ ਹੈ। ਫਿਰ ਉਹ ਤੁਹਾਡਾ ਕੀਤਾ ਹੋਇਆ ਸਾਰਾ ਕੁਝ ਸਫਲ ਹੈ। ਤੇ ਪਾਤਸ਼ਾਹ ਕਹਿਣ ਲੱਗੇ ਇਹ ਨਾ ਹੋਵੇ ਉਹ ਖੂਹ ਵਿੱਚ ਬਿੱਲੀ ਵਾਲੀ ਗੱਲ ਹੋਵੇ। ਇੱਕ ਨਗਰ ਦੇ ਵਿੱਚ ਖੂਹ ਸੀ, ਪ੍ਰਾਤਨ ਸਮਿਆਂ ਵਿੱਚ ਖੂਹ ਤੋਂ ਜਲ ਭਰਦੇ ਸੀ, ਵਰਤਦੇ ਸੀ। ਇੱਕ ਖੂਹ ਦੇ ਵਿੱਚ ਬਿੱਲੀ ਡਿੱਗ ਪਈ, ਮਰ ਗਈ ਉਹ ਵਿੱਚ ਖੂਹ ਦੇ। ਤੇ ਉਹ ਪਾਣੀ ਜਿਹੜਾ ਸੀ ਬਦਬੂਦਾਰ ਹੋ ਗਿਆ, ਵਰਤਨ ਦੇ ਯੋਗ ਨਾ ਰਿਹਾ। ਹੁਣ ਬੜੀ ਦਿੱਕਤ ਆਈ ਜਲ ਵਰਤਨ, ਕਿਉਂਕਿ ਜਲ ਤੋਂ ਬਿਨਾ ਸਾਡਾ ਘੜੀ ਪਲ ਵੀ ਗੁਜ਼ਾਰਾ ਨਹੀਂ। ਸਾਡਾ ਜੀਵਨ ਹੈ ਜਲ ਦੇ ਨਾਲ। ਹੁਣ ਸਾਰਿਆਂ ਨੇ ਵਿਚਾਰ ਕੀਤੀ ਕੀ ਕੀਤਾ ਜਾਏ। ਤੇ ਇੱਕ ਸਿਆਣੇ ਪੁਰਸ਼ ਦੇ ਕੋਲ ਦਾਨੇ ਚੱਲ ਕੇ ਗਏ, ਵਿਦਵਾਨ ਸੀ, ਸਤਪੁਰਸ਼ ਸੀ। ਕਹਿਣ ਲੱਗੇ ਜੀ ਖੂਹ ਦੇ ਵਿੱਚ ਬਿੱਲੀ ਮਰ ਗਈ ਹੈ, ਪਾਣੀ ਵਿੱਚ ਬੜੀ ਬਦਬੂ ਹੈ, ਪਾਣੀ ਵਰਤਣ ਦੇ ਯੋਗ ਨਹੀਂ। ਤੇ ਉਹਨੇ ਦੱਸਿਆ ਕਿ ਉਹ ਖੂਹ ਦੇ ਵਿੱਚੋਂ ਬਿੱਲੀ ਜਿਹੜੀ ਮਰੀ ਹੋਈ ਬਾਹਰ ਕੱਢ ਦਿਓ ਤੇ ਉਹਦੇ ਵਿੱਚੋਂ 1000 ਡੋਲ ਜਿਹੜਾ ਪਾਣੀ ਦਾ ਭਰ ਕੇ ਉਹ ਬਾਹਰ ਡੋਲ ਦਿਓ ਤੇ ਪਾਣੀ ਸਵੱਛ ਹੋ ਜਾਏਗਾ, ਨਿਰਮਲ ਹੋ ਜਾਏਗਾ, ਵਰਤਨ ਦੇ ਯੋਗ ਹੋ ਜਾਏਗਾ। ਹੁਣ ਸੁਣ ਲਿਆ ਤੇ ਸੁਣ ਕੇ ਕੀ ਕੀਤਾ, ਉਹ ਜਿਹੜੀ ਬਿੱਲੀ ਮਰੀ ਸੀ ਉਹ ਨਹੀਂ ਕੱਢੀ ਵਿੱਚੋਂ, ਬਿੱਲੀ ਉੱਥੇ ਪਈ ਰਹਿਣ ਦਿੱਤੀ ਤੇ 1000 ਡੋਲ ਜਿਹੜਾ ਪਾਣੀ ਦਾ ਸੀ ਉਹ ਭਰ ਕੇ ਬਾਹਰ ਡੋਲ ਦਿੱਤਾ। ਹੁਣ ਜਿਹੜੀ ਬਿੱਲੀ ਦੇ ਕਾਰਨ ਬਦਬੂ ਸੀ ਉਹ ਤਾਂ ਬਾਹਰ ਕੱਢੀ ਨਹੀਂ, ਉਹ ਤਾਂ ਉੱਥੇ ਮਰੀ ਪਈ ਵਿੱਚ, ਤੇ ਪਾਣੀ ਚੋਂ ਬਦਬੂ ਕਿੱਥੇ ਜਾਣੀ ਸੀ। ਵੇਖਿਆ ਕਿ ਪਾਣੀ ਚੋਂ ਬਦਬੂ ਨਹੀਂ ਗਈ, ਫਿਰ ਦੁਬਾਰਾ ਚੱਲ ਕੇ ਗਏ। ਜੋ 1000 ਡੋਲ ਪਾਣੀ ਦਾ ਬਾਹਰ ਡੋਲ ਦਿੱਤਾ, ਅਜੇ ਬਦਬੂ ਨਹੀਂ ਗਈ। ਉਹ ਵੀ ਬੜੇ ਹੈਰਾਨ ਹੋਏ, ਕਹਿਣ ਲੱਗੇ ਚਲੋ ਹੋਰ 1000 ਡੋਲ ਪਾਣੀ ਦਾ ਭਰ ਕੇ ਬਾਹਰ ਡੋਲ ਦਿਓ, ਫਿਰ ਸ਼ੁੱਧ ਹੋ ਜਾਏਗਾ, ਪਾਣੀ ਸਾਫ਼ ਹੋ ਜਾਏਗਾ। ਫਿਰ ਗਏ, ਇਹ ਤਾਂ ਦੱਸਿਆ ਨਹੀਂ ਵੀ ਅਸੀਂ ਬਿੱਲੀ ਬਾਹਰ ਨਹੀਂ ਕੱਢੀ। ਤੇ ਫਿਰ ਗਏ, ਫਿਰ ਜਾ ਕੇ 1000 ਡੋਲ ਪਾਣੀ ਦਾ ਭਰਿਆ ਤੇ ਭਰ ਕੇ ਉਹ ਬਾਹਰ ਡੋਲ ਦਿੱਤਾ। ਹੁਣ ਬਿੱਲੀ ਫਿਰ ਵਿੱਚ ਪਈ ਹੈ, ਉਹ ਬਦਬੂ ਫਿਰ ਮਾਰਦਾ ਪਾਣੀ। ਹੁਣ ਜਦੋਂ ਤੀਜੀ ਵਾਰੀ ਇਕੱਠੇ ਹੋ ਕੇ ਗਏ ਕਿ ਉਹਦੇ ਵਿੱਚੋਂ ਤਾਂ ਅਜੇ ਵੀ ਬਦਬੂ ਨਹੀਂ ਜਾ ਰਹੀ, ਤੇ ਉਹਨਾਂ ਵੇਖਿਆ ਵੀ ਕਾਰਨ ਕੀ ਹੈ। 1000 ਡੋਲ ਪਹਿਲਾਂ ਪਾਣੀ ਦਾ ਬਾਹਰ ਕੱਢ ਦਿੱਤਾ, 1000 ਫੇਰ ਕੱਢ ਦਿੱਤਾ ਤੇ ਅਜੇ ਵੀ ਬਦਬੂ ਨਹੀਂ ਗਈ। ਉਹ ਚੱਲ ਕੇ ਆਪ ਨਾਲ ਆ ਗਏ ਵੀ ਜਾ ਕੇ ਦੇਖਾਂ ਤਾਂ ਸਹੀ। ਜਦੋਂ ਚੱਲ ਕੇ ਆਏ ਕੀ ਵੇਖਦੇ ਨੇ ਕਿ ਜਿਹੜੀ ਬਿੱਲੀ ਕੱਢਣ ਵਾਸਤੇ ਕਿਹਾ ਸੀ ਉਹ ਤਾਂ ਵਿੱਚ ਮਰੀ ਪਈ, ਉਹ ਤਾਂ ਕੱਢੀ ਨਹੀਂ। ਉਹ ਕਹਿੰਦੇ ਪੜਵਿਓ, ਉਹ ਬਿੱਲੀ ਤੁਹਾਨੂੰ ਕੱਢ ਕੇ 1000 ਡੋਲ ਪਾਣੀ ਦਾ ਕੱਢਣ ਵਾਸਤੇ ਕਿਹਾ ਸੀ, ਪਾਣੀ ਤਾਂ ਡੋਲ ਦਿੱਤਾ, ਬਿੱਲੀ ਤਾਂ ਕੱਢੀ ਨਹੀਂ, ਬਦਬੂ ਕਿੱਥੋਂ ਜਾਣੀ ਸੀ। ਉਹ ਹਾਲਤ ਸਾਡੀ ਹੈ। ਅਸੀਂ ਗੁਰੂ ਸਾਹਿਬ ਦਾ ਉਪਦੇਸ਼ ਸੁਣ ਲਿਆ, ਬਾਣੀ ਵੀ ਪੜ੍ਹ ਲਈ, ਅੰਮ੍ਰਿਤ ਵੇਲਾ ਵੀ ਸੰਭਾਲ ਲਿਆ, ਸੇਵਾ ਵੀ ਕਰ ਲਈ, ਪਰ ਹਉਮੈ ਰੂਪ ਬਿੱਲੀ ਜਿਹੜੀ ਉਹ ਅੰਦਰੋਂ ਨਹੀਂ ਕੱਢੀ, ਉਹ ਅੰਦਰ ਹੀ ਬੈਠੀ ਹੈ। ਉਹਦੇ ਕਾਰਨ ਫਿਰ ਕੀਤਾ ਹੋਇਆ ਜਿਹੜਾ ਸਾਰਾ ਕੁਛ ਹੈ ਉਹ ਇਦਾਂ ਚਲਾ ਜਾਂਦਾ ਹੈ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਬਚਨ, ਹੁਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਉੱਥੇ ਸੰਗਤਾਂ ਨੂੰ ਉਪਦੇਸ਼ ਦਿੱਤਾ, ਤੇ ਜੇ ਹੁਣ ਕੇਵਲ ਸੁਣ ਲੈਂਦੇ ਤੇ ਸੁਣ ਕੇ ਉਹ ਹਉਮੈ ਰੂਪ ਬਿੱਲੀ ਅੰਦਰੋਂ ਕੱਢਦੇ ਹੀ ਨਾ ਤੇ ਉਹਦਾ ਫਲ ਕੀ ਪ੍ਰਾਪਤ ਹੋਣਾ ਸੀ। ਉਹਦੀ ਕਮਾਈ ਕਰਨੀ, ਉਹਨੂੰ ਕਮਾਉਣਾ, ਜਿਸ ਯੁਕਤੀ ਨਾਲ ਦੱਸਿਆ, ਜਿਸ ਢੰਗ ਨਾਲ ਦੱਸਦੇ ਨੇ ਪਾਤਸ਼ਾਹ, ਉਸ ਤਰੀਕੇ ਦੇ ਨਾਲ ਜਦੋਂ ਪ੍ਰੇਮ ਵਿੱਚ ਭਿੱਜ ਕੇ ਹਉਮੈ ਹੰਕਾਰ ਤੋਂ ਰਹਿਤ ਹੋ ਕਰਕੇ ਅਸੀਂ ਬਾਣੀ ਪੜ੍ਹਦੇ ਹਾਂ, ਅੰਦਰੋਂ ਹਉਮੈ ਛੱਡਦੇ ਹਾਂ, ਕਿਉਂਕਿ ਬੜੀ ਸੂਖਸ਼ਮ ਹੈ ਹਉਮੈ। ਹਉਮੈ ਬੜੀ ਸੂਖਸ਼ਮ ਹੈ, ਬੜਾ ਬਰੀਕ ਪੜਦਾ ਹੈ। ਭੰਭੀਰੀ ਕੇ ਪਾਤ ਪਰਦੋ, ਜਿਵੇਂ ਭੰਭੀਰੀ ਹੈ ਨਾ ਉੱਡਦੀ, ਉਹਦਾ ਬੜਾ ਬਰੀਕ ਜਿਹਾ ਪੜਦਾ ਹੁੰਦਾ ਹੈ, ਇਸ ਤਰ੍ਹਾਂ ਬੜਾ ਸੂਖਸ਼ਮ ਜਿਹਾ ਹੈ। ਇਹ ਸਾਡੇ ਅੰਦਰ ਪਿਆ, ਤਾਂ ਹੀ ਸਾਨੂੰ ਪ੍ਰਮਾਤਮਾ ਅੰਦਰੋਂ ਨਜ਼ਰ ਨਹੀਂ ਆਉਂਦਾ। ਇਹਦੇ ਤੋਂ ਬਚਣਾ ਬੜਾ ਕਠਿਨ ਹੈ। ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਚੱਲ ਕੇ ਆਉਂਦੇ ਆ, ਗੁਰੂ ਦੇ ਬਚਨ ਸੁਣਦੇ ਆ, ਗੁਰੂ ਦਾ ਉਪਦੇਸ਼ ਸੁਣਦੇ ਆ, ਫਿਰ ਉਹਦੀ ਜਦੋਂ ਕਮਾਈ ਕਰਦੇ ਆ ਤੇ ਫਿਰ ਮਨੁੱਖ
ਪਾਤਸ਼ਾਹ ਕਹਿੰਦੇ ਇਸ ਰੋਗ ਤੋਂ ਬਚ ਜਾਂਦਾ ਹੈ। ਸਾਹਿਬ ਜੀ ਕਹਿੰਦੇ ਗੁਰ ਬਚਨੀ, ਗੁਰੂ ਦੇ ਬਚਨ ਦੁਆਰਾ, ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਕੀ ਕੀਤਾ? ਜਿਨ੍ਹਾਂ ਜਪਿਆ ਮੇਰਾ ਹਰ ਹਰ, ਜਿਨ੍ਹਾਂ ਨੇ ਮੇਰੇ ਉਸ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਪਣਾ ਕੀਤਾ, ਧਿਆਉਣਾ ਕੀਤਾ, ਤਿਨ ਕੇ ਹਉਮੈ ਰੋਗ ਗਏ। ਪਾਤਸ਼ਾਹ ਕਹਿੰਦੇ ਫਿਰ ਉਹਨਾਂ ਦਾ ਜਿਹੜਾ ਹਉਮੈ ਦਾ ਰੋਗ ਹੈ ਉਹ ਚਲਾ ਜਾਂਦਾ ਹੈ, ਨਸ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਫਿਰ ਹਉਮੈ ਤੋਂ ਰਹਿਤ ਹੋ ਜਾਂਦੇ ਹਨ। ਰਹਾਉ ਬ੍ਰਹਮਾ ਬਿਸ਼ਨ ਮਹਾਂਦਰੋ ਤ੍ਰੈ ਗੁਣ ਰੋਗੇ, ਵਿੱਚ ਹਉਮੈ ਕਾਰ ਕਮਾਏ। ਹਉਮੈ ਕਿੰਨੀ ਪ੍ਰਬਲ ਹੈ। ਪਾਤਸ਼ਾਹ ਦੱਸ ਰਹੇ ਨੇ, ਪੁਰਾਣੇ ਜਿਹੜੇ ਧਰਮ ਗ੍ਰੰਥ ਵੇਦ ਸ਼ਾਸਤਰ ਵੀ ਪੜ੍ਹ ਲਈ ਉਹ ਵੀ ਦੱਸਦੇ ਨੇ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਤੇ ਹੋਰ ਜਿੰਨੇ ਵੀ ਦੇਵਤੇ ਹੋਏ, ਤ੍ਰੈ ਗੁਣ ਰੋਗੀ, ਮਾਇਆ ਦੇ ਤਿੰਨ ਰੂਪ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਰਾਜਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਕਹਿੰਦੇ ਇਹਨਾਂ ਮਾਇਆ ਦੇ ਇਹ ਤਿੰਨ ਰੂਪਾਂ ਤੋਂ, ਇਸ ਹਉਮੈ ਦੇ ਰੋਗ ਤੋਂ ਇਹ ਵੀ ਨਹੀਂ ਬਚ ਸਕੇ, ਇਹ ਵੀ ਇਹਦੇ ਵਿੱਚ ਗਰਸੇ ਰਹੇ। ਪਾਤਸ਼ਾਹ ਜੀ ਕਹਿੰਦੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਇਹ ਵੀ ਤਿੰਨ ਗੁਣਾਂ ਦੇ ਵਿੱਚ ਜਿਹੜੇ ਨੇ ਉਹ ਰੋਗੀ ਹੋਏ ਰਹੇ, ਇਹ ਵੀ ਇਹਦੇ ਤੋਂ ਮੁਕਤ ਨਹੀਂ ਹੋਏ। ਵਿੱਚ ਹਉਮੈ ਕਾਰ ਕਮਾਈ, ਮਾਇਆ ਦੇ ਤਿੰਨ ਇਹਨਾਂ ਰੋਗਾਂ ਵਿੱਚ ਫਸੇ ਹੋਏ, ਹਉਮੈ ਦੇ ਵਿੱਚ ਇਹਨਾਂ ਨੇ ਵੀ ਕਾਰ ਜਿਹੜੀ ਹੈ ਉਹ ਕਮਾਉਣਾ ਕੀਤੀ। ਜਿਨ ਕੀਏ ਤਿਸ ਹੈ ਨ ਚੇਤ ਹੈ ਬਪੁੜੇ, ਹਰ ਗੁਰਮੁਖ ਸੋਝੇ ਪਾਏ। ਹੁਣ ਹਉਮੈ ਵਿੱਚ ਪਿਆ ਮਨੁੱਖ ਕਹਿੰਦਾ ਮੈਂ ਹੀ ਮੈਂ ਆ, ਮੈਂ ਜੋ ਕਰ ਰਿਹਾ ਉਹੀ ਹੈ, ਜੋ ਕਹਿ ਦਿੱਤਾ ਉਹ ਸੱਤ ਹੈ, ਮੈਂ ਆਪਣੀ ਹੋਂਦ ਬਣਾ ਕੇ ਬਹਿ ਗਿਆ। ਪਾਤਸ਼ਾਹ ਕਹਿੰਦੇ ਜਿਨ ਕੀਏ ਤਿਸ ਹੈ ਨਾ ਚੇਤਾ ਹੈ ਬਾਪੋੜੇ। ਇਹ ਮੂਰਖ ਜਿਨੇ ਨੂੰ ਪੈਦਾ ਕੀਤਾ ਨਾ ਸਾਨੂੰ ਵਾਹਿਗੁਰੂ ਪਰਮੇਸ਼ਰ ਨੇ, ਉਹਨੂੰ ਨਹੀਂ ਸਿਮਰਦਾ, ਆਪਣੀ ਹੋਂਦ ਬਣਾ ਕੇ ਬੈਠਾ, ਹਉਮੈ ਵਿੱਚ ਪਿਆ ਹੋਇਆ, ਮੈਂ ਵਿੱਚ ਤੁਰਿਆ ਫਿਰਦਾ, ਹਉਮੈ ਵਿੱਚ ਤੁਰਿਆ ਫਿਰਦਾ। ਪਾਤਸ਼ਾਹ ਕਹਿੰਦੇ ਜਿਹਨੇ ਪੈਦਾ ਕੀਤਾ ਉਹਨੂੰ ਨਹੀਂ ਚੇਤਦਾ, ਉਹਨੂੰ ਨਹੀਂ ਸਿਮਰਦਾ, ਉਹਨੂੰ ਵਿੱਚੋਂ ਮਨਫੀ ਕਰ ਦਿੱਤਾ, ਆਪਣੀ ਹੋਂਦ ਹਸਤੀ ਕਾਇਮ ਕਰ ਲਈ। ਉਹ ਜਿਹਨੇ ਸਿਰਜਿਆ, ਜਿਹਨੇ ਬਣਾਇਆ, ਪੈਦਾ ਕੀਤਾ, ਉਹਨੂੰ ਵਿਸਾਰ ਦਿੱਤਾ। ਹਰ ਗੁਰਮੁਖ ਸੋਝੀ ਪਾਈ, ਤੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈਂਦੇ ਨੇ, ਗੁਰੂ ਦੀ ਸ਼ਰਨ ਵਿੱਚ ਚੱਲ ਕੇ ਆਉਂਦੇ ਨੇ, ਫਿਰ ਉਹ ਇਸ ਗੱਲ ਦੀ ਸੋਝੀ ਪਾ ਲੈਂਦੇ ਨੇ, ਉਹ ਜਾਣ ਲੈਂਦੇ ਹਨ ਹਰੀ ਵਾਹਿਗੁਰੂ ਪਰਮੇਸ਼ਰ ਦੇ ਬਾਬਤ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕਉ ਜਨਮ ਮਰਨ ਦੁਖ ਭਾਰੇ। ਹਉਮੈ ਦਾ ਰੋਗ ਸਾਰੇ ਜਗਤ ਨੂੰ ਚਿੰਬੜਿਆ ਹੋਇਆ। ਪਾਤਸ਼ਾਹ ਕਹਿੰਦੇ ਹਉਮੈ ਰੋਗ ਸਭ ਜਗਤ ਵਿਆਪਿਆ, ਇਹਦੇ ਤੋਂ ਕੋਈ ਨਹੀਂ ਬਚਿਆ, ਸਾਰੇ ਜਗਤ ਨੂੰ ਇਹ ਹਉਮੈ ਦਾ ਰੋਗ ਚਿੰਬੜਿਆ। ਵੇਖ ਰਹੇ ਆਪਾਂ ਹਰ ਮਨੁੱਖ ਹਉਮੈ ਵਿੱਚ ਤੁਰਿਆ ਫਿਰਦਾ, ਆਪਣੀ ਹਉਮੈ ਚੁੱਕੀ ਫਿਰਦਾ। ਪਾਤਸ਼ਾਹ ਕਹਿੰਦੇ ਹਉਮੈ ਰੋਗ ਸਭ ਜਗਤ ਵਿਆਪਿਆ, ਸਾਰੇ ਜਗਤ ਨੂੰ ਇਹ ਰੋਗ ਚਿੰਬੜਿਆ ਹੈ। ਤਿਨ ਕਉ ਜਨਮ ਮਰਨ ਦੁਖ ਭਾਰੇ। ਪਾਤਸ਼ਾਹ ਕਹਿੰਦੇ ਹਉਮੈ ਦੇ ਰੋਗ ਦੇ ਕਾਰਨ ਜਨਮ ਮਰਨ ਦਾ ਵੱਡਾ ਦੁੱਖ ਫਿਰ ਇਹਨੂੰ ਪਿਆ ਰਹਿੰਦਾ ਹੈ, ਬਾਰ-ਬਾਰ ਜੰਮਦਾ, ਬਾਰ-ਬਾਰ ਮਰਦਾ ਹੈ ਹਉਮੈ ਦੇ ਕਾਰਨ। ਇਹ ਹਉਮੈ ਦੇ ਰੋਗ ਤੋਂ ਕੋਈ ਨਹੀਂ ਬਚਿਆ, ਸਾਰਾ ਜਗਤ ਇਹਦੇ ਵਿੱਚ ਜਿਹੜਾ ਹੈ, ਸਾਰੇ ਜਗਤ ਨੂੰ ਇਹ ਰੋਗ ਵਿਆਪਿਆ ਹੋਇਆ, ਚੰਬੜਿਆ ਹੋਇਆ ਹੈ, ਤੇ ਇਹਦੇ ਕਾਰਨ ਜਨਮ ਮਰਨ ਦਾ ਵੱਡਾ ਦੁੱਖ ਜਿਹੜਾ ਫਿਰ ਉਹ ਸਹਿਣਾ ਪੈਂਦਾ ਹੈ। ਗੁਰ ਪ੍ਰਸਾਦੇ ਕੋ ਵਿਰਲਾ ਛੋਟਾ, ਤਿਸ ਜਨ ਕੋ ਹਉ ਬਲਿਹਾਰੇ। ਫਿਰ ਉਹ ਵਿਰਲੇ ਨੇ ਜਿਹੜੇ ਛੁੱਟਦੇ ਨੇ, ਛੁੱਟਦੇ ਕਿਵੇਂ ਨੇ? ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲੇ ਹਉਮੈ ਤੋਂ ਛੁੱਟਦੇ ਨੇ, ਬਚਦੇ ਨੇ ਇਹਦੇ ਤੋਂ।
ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਜਿਹੜੇ ਪਰਮੇਸ਼ਰ ਦੇ ਉਸ ਮਾਰਗ ਤੇ ਚੱਲਦੇ ਨੇ ਪ੍ਰਭੂ ਪ੍ਰਾਪਤੀ ਲਈ, ਬੜੇ ਕਠਿਨ ਘਾਲਣਾ ਘਾਲ ਕੇ ਉਹਦੇ ਤੱਕ ਜਦੋਂ ਪਹੁੰਚਦੇ ਨੇ, ਤੇ ਜਦੋਂ ਪਹੁੰਚ ਕਰਕੇ ਸਿਖਰ ਤੇ ਮਿਹਨਤ ਕਰਕੇ ਐ, ਤੇ ਜੇ ਸੂਖਸ਼ਮ ਜਿੰਨੀ ਵੀ ਹਉਮੈ ਆ ਗਈ, ਉਹ ਫਿਰ ਉੱਥੇ 0 ਪੁਆਇੰਟ ਤੇ ਲੈ ਆਉਂਦੀ ਹੈ। ਹਉਮੈ ਐਸਾ ਇਹ ਰੋਗ ਹੈ, ਕਿੰਨੀ ਘਾਲਣਾ ਘਾਲ ਕੇ, ਕਿੰਨੀ ਕਠਿਨ ਮਿਹਨਤ ਕਰਕੇ, ਯਤਨ ਦੇ ਨਾਲ ਬੰਦਗੀ ਕੀਤੀ, ਸਿਮਰਨ ਕੀਤਾ, ਪ੍ਰਭੂ ਦੀ ਪ੍ਰਾਪਤੀ ਲਈ ਯਤਨ ਕੀਤਾ, ਪਰ ਜੇਕਰ ਉਹਦੇ ਕੋਲ ਪਹੁੰਚ ਕਰਕੇ ਵੀ ਜਦੋਂ ਪ੍ਰਾਪਤੀ ਹੋਣ ਲੱਗੀ ਤੇ ਮਨ ਚ ਹਉਮੈ ਆ ਗਈ ਕਿ ਮੈਂ ਤਾਂ ਪਹੁੰਚ ਗਿਆ, ਹੁਣ ਤਾਂ ਮੈਨੂੰ ਪ੍ਰਭੂ ਮਿਲ ਹੀ ਗਿਆ, ਮੇਰੇ ਯਤਨ ਸਦਕਾ ਮੈਂ ਆ ਕੀਤਾ, ਤੇ ਉੱਥੇ ਫਿਰ ਜਿੱਥੋਂ ਸ਼ੁਰੂ ਹੋਇਆ ਸੀ ਬੰਦਾ ਉੱਥੇ ਹੀ ਆ ਜਾਂਦਾ। ਪਾਤਸ਼ਾਹ ਕਹਿੰਦੇ ਇਹ ਵੱਡਾ ਰੋਗ ਹੈ, ਇਹਦੇ ਤੋਂ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਤੇ ਗੁਰੂ ਨਦਰ ਕਰ ਦਿੰਦਾ ਹੈ, ਕਿਰਪਾ ਕਰ ਦਿੰਦਾ ਹੈ, ਆਪਣੀ ਬਖਸ਼ਿਸ਼ ਕਰ ਦਿੰਦਾ ਹੈ, ਉਹ ਵਿਰਲੇ ਇਹਦੇ ਤੋਂ ਛੁੱਟਦੇ ਨੇ। ਤੇ ਜਿਹੜੇ ਇਹਦੇ ਤੋਂ ਛੁੱਟ ਜਾਂਦੇ, ਪਾਤਸ਼ਾਹ ਕਹਿੰਦੇ ਤਿਸ ਜਨ ਕਉ ਹਉ ਬਲਿਹਾਰੀ, ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ, ਜਿਹੜੇ ਹਉਮੈ ਦੇ ਰੋਗ ਤੋਂ ਛੁੱਟ ਗਏ, ਮੁਕਤ ਹੋ ਗਏ। ਜਿਨ ਸਿਸ਼ਟ ਸਾਜੇ ਸੋਈ ਹਰ ਜਾਣੈ, ਤਾਕਾ ਰੂਪ ਅਪਾਰੋ। ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਸਾਰੀ ਸ੍ਰਿਸ਼ਟੀ ਬਣਾਈ ਹੈ, ਸੋਈ ਹਰ ਜਾਣੈ, ਉਹ ਹਰੀ ਵਾਹਿਗੁਰੂ ਪਰਮੇਸ਼ਰ ਹੀ ਇਹਦੇ ਰੋਗ ਨੂੰ ਜਾਣਦਾ ਹੈ, ਇਹਦੀ ਦਾਰੂ ਨੂੰ ਦਵਾ ਨੂੰ ਵੀ ਉਹੀ ਜਾਣਦਾ ਹੈ, ਤੇ ਸ੍ਰਿਸ਼ਟੀ ਨੂੰ ਜਿਹੜਾ ਰੋਗ ਚੰਬੜਿਆ ਇਹਦੇ ਬਾਬਤ ਵੀ ਉਹੀ ਜਾਣਦਾ ਹੈ। ਜਿਨ ਸਿਸ਼ਟ ਸਾਜੇ ਸੋਈ ਹਰ ਜਾਣੈ, ਉਹ ਹਰੀ ਵਾਹਿਗੁਰੂ ਪਰਮੇਸ਼ਰ ਹੀ ਜਾਣਦਾ ਹੈ। ਤਾਕਾ ਰੂਪ ਅਪਾਰੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਉਹਦਾ ਕੋਈ ਪਾਰਲਾ ਬੰਨਾ ਨਹੀਂ, ਉਹ ਅਪਾਰ ਹੈ। ਉਹਦਾ ਜਿਹੜਾ ਰੂਪ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਦਾ ਕੋਈ ਰੂਪ ਦੇ ਬਾਬਤ ਜਾਣ ਨਹੀਂ ਸਕਦਾ, ਅੰਤ ਕੋਈ ਥਾ ਨਹੀਂ ਪਾ ਸਕਦਾ, ਉਹ ਅਪਰ ਅਪਾਰ ਹੈ, ਉਹਦੀ ਮਹਿਮਾ ਕੋਈ ਬਿਆਨ ਨਹੀਂ ਕਰ ਸਕਦਾ। ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਉਹ ਹਰੀ ਵਾਹਿਗੁਰੂ ਪਰਮੇਸ਼ਰ ਜਿਹੜੀ ਸ੍ਰਿਸ਼ਟੀ ਸਾਜੀ ਹੈ, ਇਹਨੂੰ ਵੇਖ ਵੇਖ ਕੇ ਆਪ ਹੀ ਪ੍ਰਸੰਨ ਹੋ ਰਿਹਾ ਹੈ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ, ਤਾਕਾ ਰੂਪ ਪਾਰੋ, ਨਾਨਕ ਆਪੇ ਵੇਖ ਹਰ ਬਿਗਸੈ। ਹਰੀ ਵਾਹਿਗੁਰੂ ਪਰਮੇਸ਼ਰ ਆਪਣੀ ਸ੍ਰਿਸ਼ਟੀ ਨੂੰ ਸਾਜ ਕੇ ਵੇਖ ਵੇਖ ਕੇ ਆਪ ਹੀ ਆਨੰਦਿਤ ਹੋ ਰਿਹਾ ਹੈ, ਖੁਸ਼ ਹੋ ਰਿਹਾ ਹੈ, ਪ੍ਰਸੰਨ ਹੋ ਰਿਹਾ ਹੈ। ਗੁਰਮੁਖ ਬ੍ਰਹਮ ਵਿਚਾਰੋ, ਜਿਹੜੇ ਗੁਰਮੁਖ ਗੁਰੂ ਦੀ ਸ਼ਰਨ ਵਿੱਚ ਪੈਂਦੇ ਨੇ, ਉਹ ਸ਼ਰਨ ਵਿੱਚ ਪੈ ਕੇ ਬ੍ਰਹਮ ਦੀ ਵਿਚਾਰ ਕਰ ਲੈਂਦੇ ਨੇ, ਉਹਦੇ ਬਾਬਤ ਜਾਣਦੇ ਹਨ। ਹੋਰ ਜੇ ਕੋਈ ਕਹੇ ਕਿ ਕੋਈ ਉਹਦਾ ਅੰਤ ਪਾ ਲਵੇ, ਉਹਦਾ ਕੋਈ ਪਾਰਲਾ ਬੰਨਾ ਲੱਭ ਲਵੇ, ਨਹੀਂ ਲੱਭ ਸਕਦਾ, ਨਹੀਂ ਲੱਭ ਸਕਦਾ। ਗੁਰੂ ਦੀ ਸ਼ਰਨ ਵਿੱਚ ਪੈ ਕੇ ਉਹਦੇ ਬਾਬਤ ਜਾਣਿਆ ਜਾ ਸਕਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ, ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋ ਅੱਜ ਸਾਨੂੰ ਮੁੱਖ ਵਾਹਕ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਦਾ ਇਹ ਸ਼ਬਦ ਪ੍ਰਾਪਤ ਹੋਇਆ, ਸਮਝਾਉਣਾ ਕੀਤਾ ਹੈ ਕਿ ਸਾਰਾ ਰੋਗ ਹਉਮੈ ਦੇ ਰੋਗ ਵਿੱਚ ਲਪੇਟਿਆ ਹੋਇਆ ਹੈ, ਤੇ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਗੁਰੂ ਬਚਨ ਨੂੰ ਕਮਾਈ ਕਰਕੇ ਪਰਮੇਸ਼ਰ ਨੂੰ ਸਿਮਰਦੇ ਨੇ, ਉਹ ਇਸ ਰੋਗ ਤੋਂ ਮੁਕਤ ਹੋ ਜਾਂਦੇ ਨੇ। ਤੇ ਜਿਹੜੇ ਮੁਕਤ ਹੋ ਜਾਂਦੇ, ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਉਹਨਾਂ ਦਾ ਜੀਵਨ ਧਨ ਹੈ।